ਤੇ ਪੰਦੇਰ ਸਾਹਿਬ ਹੁਣ ਸੁਪਰੀਮ ਕੋਰਟ ਨੇ ਵਿਕਰਮ ਮਜੀਠੀਆ ਦੀ ਅਰੈਸਟ ਦੇ ਉੱਤੇ ਗ੍ਰਿਫਤਾਰੀ ਤੇ 23 ਫਰਵਰੀ ਤੱਕ ਦੀ ਰੋਕ ਲਗਾ ਦਿੱਤੀ ਹੈ ਜੀ। ਬਿਲਕੁਲ ਵਾਸੂ ਜੀ, ਦੇਖੋ ਇਹ ਇੱਕ ਬੜਾ ਹਾਈ ਪ੍ਰੋਫਾਈਲ ਕੇਸ ਬਣ ਗਿਆ ਸੀ। 20 ਦਸੰਬਰ ਨੂੰ FIR ਜਿਹੜੀ ਸੀਗੀ ਉਹ ਦਰਜ ਹੋਈ ਹੈ ਵਿਕਰਮ ਸਿੰਘ ਮਜੀਠੀਆ ਦੇ ਉੱਪਰ, ਔਰ ਅਕਾਲੀ ਦਲ ਕਹਿ ਰਿਹਾ ਜੀ ਇਹ ਕੋਈ 16 ਸਾਲ ਪੁਰਾਣਾ ਕੇਸ ਹੈ। 10 ਦਿਨਾਂ ਦਾ ਜਿਹੜਾ DGP ਸੀ ਉਹਨੇ ਬੜੀ ਤੱਤ ਭੜਤੀ ਦੇ ਵਿੱਚ ਇੱਕ ਸਿਆਸੀ ਬਦਲਾਖੋਰੀ ਦੇ ਵਾਸਤੇ ਨਵਜੋਤ ਸਿੱਧੂ ਨਵਜੋਤ ਸਿੱਧੂ, ਚਰਨਜੀਤ ਚੰਨੀ ਔਰ ਸੁਖਜਿੰਦਰ ਸਿੰਘ ਰੰਧਾਵਾ ਦੀ ਜਿਹੜੀ ਇੱਕ ਕਨਸਪੀਰੇਸੀ ਦੇ ਥਰੂ ਇਹ ਕੇਸ ਜਿਹੜਾ ਸੀਗਾ ਇਹ ਰਜਿਸਟਰ ਹੋਇਆ ਜੀ। ਤੇ ਉਸ ਤੋਂ ਬਾਅਦ ਵਿਕਰਮ ਮਜੀਠੀਆ ਉਹਨਾਂ ਨੇ ਆਪਣੀ ਜਿਹੜੀ ਸੀਗੀ ਜ਼ਮਾਨਤ ਵਾਸਤੇ ਅਪਲਾਈ ਕੀਤਾ। ਉਹ ਜਿਹੜੀ ਟ੍ਰਾਇਲ ਕੋਰਟ ਸੀ ਉਹਦੇ ਵਿੱਚ ਨਾਮਨਜ਼ੂਰ ਹੋ ਗਈ। ਫਿਰ ਹਾਈ ਕੋਰਟ ਦੇ ਵਿੱਚ ਉਹਨਾਂ ਨੂੰ ਇੰਟਰਮ ਬੇਲ ਮਿਲੀ, ਪਰ ਐਂਟੀਸਿਪੇਟਰੀ ਬੇਲ ਨਹੀਂ ਮਿਲੀ ਕਿਉਂਕਿ ਜਿਹੜੀਆਂ ਧਾਰਾਵਾਂ ਲੱਗੀਆਂ ਹੋਈਆਂ ਸੀ ਉਹਦੇ ਉੱਤੇ ਸੁਪਰੀਮ ਕੋਰਟ ਦੇ ਕੁਝ ਰੂਲਿੰਗ ਸੀਗੀਆਂ। ਸੋ ਹਾਈ ਕੋਰਟ ਦੇ ਜਿਹੜਾ ਸੀ ਖਾਰੇ ਖੇਤਰ ਦੇ ਬਾਹਰ ਸੀ। ਵਿਕਰਮ ਮਜੀਠੀਆ ਨੇ ਫਿਰ ਸੁਪਰੀਮ ਕੋਰਟ 'ਚ ਜਾ ਕੇ ਆਪਣੀ ਅਰਜ਼ੀ ਲਾਈ, ਪਰ ਉਹਦੇ 'ਚ ਵਾਸੂ ਜੀ ਇਹਦੇ 'ਚ ਗੱਲਾਂ 2-3 ਨੇ ਜਿਹੜੀਆਂ ਸਾਡੇ ਸਰੋਤਿਆਂ ਨੂੰ ਇਹਦੇ ਤੇ ਗੌਰ ਕਰਨਾ ਚਾਹੀਦਾ। ਪਹਿਲੀ ਗੱਲ ਤਾਂ ਕੇਸ ਜਿਹੜਾ ਹੈਗਾ ਜੀ ਖਾਰਿਜ ਨਹੀਂ ਕੀਤਾ, ਨਾ ਹੀ ਜ਼ਮਾਨਤ ਦਿੱਤੀ ਹੈ ਤੇ ਸੁਪਰੀਮ ਕੋਰਟ ਨੇ ਵਿਕਰਮ ਮਜੀਠੀਆ ਨੂੰ ਇਹ ਵੀ ਕਿਹਾ ਕਿ ਚੋਣਾਂ ਤੋਂ ਬਾਅਦ 23 ਤਰੀਕ ਤੋਂ ਬਾਅਦ ਜਾ ਕੇ ਜਿਹੜੀ ਨੀਚੇ ਅਦਾਲਤ ਹੈ, ਟ੍ਰਾਇਲ ਕੋਰਟ ਹੈ, ਉਹਦੇ ਸਾਹਮਣੇ ਪੇਸ਼ ਹੋਣ ਤੇ ਆਪਣੀ ਰੈਗੂਲਰ ਬੇਲ ਲੈਣ। ਤੇ ਉਹਨਾਂ ਨੇ ਰੈਗੂਲਰ ਜਿਹੜੀ ਟ੍ਰਾਇਲ ਕੋਰਟ ਆ ਉਹਨੂੰ ਵੀ ਕਿਹਾ ਕਿ ਇਹ ਤੁਰੰਤ ਸੁਣੀ ਜਾਵੇ, ਜਿਹੜੀ ਬੇਲ ਦੀ ਐਪਲੀਕੇਸ਼ਨ ਹੈ ਲੰਬੀ ਨਾ ਪਈ ਜਾਵੇ। ਦੂਸਰੀ ਗੱਲ ਇਹਦੇ ਵਿੱਚ ਜਿਹੜੀ ਚੀਫ ਜਸਟਿਸ ਸੀਗੇ ਜੀ, ਔਰ ਉਹਨਾਂ ਨੇ ਜਿਹੜਾ ਟੋਟਲ ਸੀ ਉਹਨਾਂ ਦੀਆਂ ਜਿਹੜੀਆਂ ਟਿੱਪਣੀਆਂ ਨੇ ਉਹ ਬੜੀਆਂ ਜਿਹੜੀ ਅਹਿਮ ਆ ਜਾਂਦੀਆਂ ਨੇ ਸਾਹਮਣੇ। ਔਰ ਉਹਨਾਂ ਨੇ ਪੰਜਾਬ ਦੇ ਜਿਹੜੇ ਵਕੀਲ ਸੀ, ਪੰਜਾਬ ਵਾਸਤੇ ਵਕੀਲ ਪੀ ਚਿਦੰਬਰਮ ਸਾਬਕਾ ਕੇਂਦਰੀ ਮੰਤਰੀ ਜਿਹੜੇ ਸੀ ਉਹ ਪੇਸ਼ ਹੋਏ ਸੀ ਜੀ। ਉਹਨਾਂ ਨੂੰ ਕਿਹਾ ਕਿ ਜੀ ਇਹ ਚੋਣਾਂ ਵੇਲੇ ਹੀ ਕਿਉਂ ਕੇਸ ਆਉਂਦੇ ਨੇ। ਔਰ ਉਹਨਾਂ ਨੇ ਅੱਜ ਦਾ ਇੱਕ ਹੋਰ ਕੇਸ ਆ ਰਿਹਾ ਹੈ ਸਿਮਰਜੀਤ ਬੈਂਸ ਉਹਨਾਂ ਦਾ, ਉਹਦੇ ਬਾਰੇ ਵੀ ਉਹਨਾਂ ਨੇ ਇੱਕ ਇੰਡਾਇਰੈਕਟ ਰੈਫਰੈਂਸ ਕੀਤਾ ਵੀ ਚੋਣਾਂ ਵੇਲੇ ਹੀ ਕਿਉਂ। ਅਸੀਂ ਡੈਮੋਕ੍ਰੇਸੀ 'ਚ ਰਹਿੰਦੇ ਹਾਂ ਵੀ ਅਸੀਂ ਤੁਹਾਨੂੰ ਇਹ ਨਹੀਂ ਕਹਿੰਦੇ ਕਿ ਤੁਸੀਂ ਡਰੱਗ ਮਾਫੀਆ ਦੇ ਖਿਲਾਫ ਕਾਰਵਾਈ ਨਾ ਕਰੋ, ਪਰ ਇਹ ਸਿਰਫ ਚੋਣਾਂ ਵੇਲੇ ਲਿਆ ਕੇ ਜਿਹੜੇ ਵਿਰੋਧੀ ਨੇ ਉਹਨਾਂ ਨੂੰ ਇਲੈਕਸ਼ਨ ਦੇ ਵਿੱਚ ਪਾਰਟਿਸਿਪੇਸ਼ਨ ਕਰਨ ਤੋਂ ਰੋਕਿਆ ਜਾਵੇ। ਇਹ ਕਾਨੂੰਨ ਦੀ ਦੁਰਵਰਤੋਂ ਕਿਉਂ? ਤਾਂ ਉਹਨਾਂ ਨੇ ਫਿਰ ਇਹ ਹੁਕਮ ਜਾਰੀ ਕੀਤਾ ਔਰ ਉੱਥੇ ਆਪਸ ਉਹਨਾਂ ਦੀ ਜਿਹੜੀ ਡਿਸਕਸ਼ਨ ਹੋਈ ਕਿ ਪੰਜਾਬ ਦੀਆਂ ਚੋਣਾਂ ਕਦੋਂ ਨੇ। ਉਹ ਕਹਿੰਦੇ ਜਿਹੜੀ ਵੋਟਿੰਗ ਆ ਉਹ 20 ਫਰਵਰੀ ਤੱਕ ਹੈ। ਤਾਂ ਉਹਨਾਂ ਨੇ ਸੁਪਰੀਮ ਕੋਰਟ ਨੇ ਜਿਹੜੀ ਅਰੈਸਟ ਹੈ ਉਹਦੇ ਤੇ ਰੋਕ ਲਾਤੀ ਤੇ ਉਹਨਾਂ ਨੇ ਕਿਹਾ ਕਿ 23 ਫਰਵਰੀ ਤੱਕ ਵਿਕਰਮ ਮਜੀਠੀਆ ਨੂੰ ਅਰੈਸਟ ਨਹੀਂ ਕੀਤਾ ਜਾ ਸਕਦਾ ਔਰ ਉਸ ਤੋਂ ਬਾਅਦ ਉਹ ਖੁਦ ਪੇਸ਼ ਹੋਣਗੇ। ਤੇ ਨਾਲ ਦੀ ਨਾਲ ਜਿਹੜੀ ਹੈਗੀ ਆ ਬਦਲਾਖੋਰੀ ਦੀਆਂ ਜਿਹੜੀਆਂ ਗੱਲਾਂ ਨੇ ਆ ਰਹੀਆਂ ਨੇ, ਉਹਨਾਂ ਨੇ ਕਿਹਾ ਹਰ ਇੱਕ ਜਿਹੜਾ ਹੈਗਾ ਰਸ਼ ਪਿਆ ਸੁਪਰੀਮ ਕੋਰਟ ਦੇ ਵਿੱਚ ਤਾਂ ਉਹ ਕਹਿੰਦੇ। ਔਰ ਇਹ ਜਿਹੜੀਆਂ ਸਾਰੀਆਂ ਗੱਲਾਂ ਆਈਆਂ ਨੇ ਇਹ ਸਾਹਮਣੇ, ਜਿਹੜੀ ਬਦਲਾਖੋਰੀ ਦੀ ਗੱਲ ਤਾਂ ਜਿਹੜੀ ਹੈ ਇਹਦੇ ਨਾਲ ਵਾਸੂ ਜੀ ਇਹ ਵੀ ਗੱਲ ਆਉਂਦੀ ਹੈ ਕਿ ਜੇ ਇਹ ਬਦਲਾਖੋਰੀ ਦਾ ਕੇਸ ਸੀਗਾ ਤਾਂ ਕਾਂਗਰਸ ਦੇ ਵਿੱਚੋਂ ਲੋਕੀ ਕਹਿੰਦੇ ਜੀ ਜਿਹੜਾ ED ਦੀ ਰੇਡ ਸੀ ਜਿਹਦੇ ਵਿੱਚ ਚਰਨਜੀਤ ਚੰਨੀ ਦੇ ਭਤੀਜੇ ਦੇ ਉੱਤੇ ਕੀਤਾ ਸੀ ਸੈਂਡ ਮਾਈਨਿੰਗ ਦੇ ਵਿੱਚ, ਔਰ ਕਾਫੀ ਨਗਦੀ ਫੜੀ ਗਈ ਸੀ, ਕਹਿੰਦੇ ਜੀ ਫਿਰ ਉਹ ਕੇਸ ਕਿਹੜੀ ਕੈਟੇਗਰੀ 'ਚ ਪੈਂਦੇ ਆ। ਫਿਰ ਜਿਹੜੇ ED ਦੇ ਚੋਣਾਂ ਤੋਂ ਪਹਿਲਾਂ ਹੋਰ ਪ੍ਰਾਂਤਾਂ ਦੇ ਵਿੱਚ ਵੀ, ਹੋਰ ਸੂਬਿਆਂ ਦੇ ਵਿੱਚ ਵੀ ਜਿਹੜੀਆਂ ਰੇਡਸ ਕਰਦੀ ਆ, ਇਨਕਮ ਟੈਕਸ ਰੇਡ ਕਰਦੀ ਆ, CBI ਰੇਡ ਕਰਦੀ ਆ ਵਿਰੋਧੀਆਂ ਦੇ ਉੱਤੇ। BJP ਤੋਂ ਇਲਾਵਾ ਬਾਕੀ ਸਾਰੇ ਜਿਹੜੇ BJP ਦੇ ਮੁਖਾਲਫਤ ਹੁੰਦੇ ਨੇ ਉਹਨਾਂ ਦੇ ਉੱਤੇ ਰੇਡਸ ਹੁੰਦੀਆਂ ਨੇ। ਤੇ ਉਹਦੇ ਬਾਰੇ ਉਹਨਾਂ ਨੇ ਪੁੱਛਿਆ ਕਿ ਫਿਰ ਇਹ ਕਿਹੜੇ 'ਚ ਆਉਂਦੀਆਂ ਨੇ। ਇੱਕ ਕੋਰਟ ਦੀ ਨਹੀਂ ਪ੍ਰੋਸੀਡਿੰਗ ਦੇ ਵਿੱਚ ਆਇਆ, ਬਾਹਰ ਜਿਹੜੀ ਹੈਗੀ ਆ ਹੁਣ ਇਸ ਵੇਲੇ ਨੈਰੇਟਿਵ ਜਿਹੜਾ ਸੈੱਟ ਹੋ ਰਿਹਾ, ਜਿਹੜੀ ਬਹਿਸ ਹੋ ਰਹੀ ਹੈ ਇਸ ਮੁੱਦੇ ਦੇ ਉੱਤੇ ਸੁਪਰੀਮ ਕੋਰਟ ਦੇ ਆਰਡਰ ਤੋਂ ਬਾਅਦ। ਸੋ ਇਹਦੇ ਉੱਪਰ ਹੁਣ ਇਹ ਇੱਕ ਪੋਲੀਟੀਕਲ ਬਹਿਸ ਦਾ ਇਸ਼ੂ ਬਣ ਗਿਆ। ਲੋਕਾਂ 'ਚ ਵੀ ਇਹ ਹੁਣ ਆ ਰਿਹਾ ਕਿ ਜੀ ਕਿਸ ਤਰ੍ਹਾਂ ਸਰਕਾਰਾਂ, ਚਾਹੇ ਜਿਵੇਂ ਪੰਜਾਬ ਸਰਕਾਰ ਨੇ ਆਪਣੀ ਚਲਾਈ, ਕੇਂਦਰ ਦੀ ਸਰਕਾਰ ਆਪਣੀ ਚਲਾ ਲੈਂਦੀ ਹੈ। ਸੋ ਜਿਹੜੀ ਬਦਲਾਖੋਰੀ ਦੀ ਨੀਤੀ ਆ ਪਹਿਲਾਂ ਵੀ ਚੱਲਦੀ ਸੀ, ਹੁਣ ਵੀ ਚੱਲਦੀ ਹੈ, ਇਹਨੂੰ ਕਿਸ ਤਰ੍ਹਾਂ ਰੋਕਿਆ ਜਾਵੇ ਜਾਂ ਇਹਦੇ ਵਿੱਚ ਜਿਹੜੇ ਪ੍ਰੋਸੀਜਰਸ ਨੇ ਉਹਨਾਂ 'ਚ ਕੀ ਤਰਮੀਮ ਕੀਤੀ ਜਾ ਸਕਦੀ ਹੈ, ਇਹਦੇ ਬਾਰੇ ਵੀ ਹੁਣ ਜਿਹੜਾ ਹੈਗਾ ਸੈਂਟਰ ਸਪੌਟ ਤੇ ਆ ਗਿਆ ਜੀ। ਪੰਦੇਰ ਸਾਹਿਬ, ਨਵਜੋਤ ਸਿੱਧੂ ਨੇ ਵਿਕਰਮ ਮਜੀਠੀਆ ਨੂੰ ਚੈਲੰਜ ਕੀਤਾ ਸੀ ਕਿ ਜੇ ਦਮ ਹੈਗਾ ਤਾਂ ਇੱਕੋ ਹੀ ਸੀਟ ਤੋਂ ਇਲੈਕਸ਼ਨ ਲੜ ਕੇ ਦਿਖਾਓ। ਸੋ ਵਿਕਰਮ ਮਜੀਠੀਆ ਨੇ ਇਹ ਚੈਲੰਜ ਐਕਸੈਪਟ ਕੀਤਾ ਕਿ ਨਹੀਂ? ਦੇਖੋ ਜੀ ਵਾਸੂ ਜੀ, ਜਿਹੜੀ ਅੰਮ੍ਰਿਤਸਰ ਈਸਟ ਹੈ ਜਿੱਥੋਂ ਨਵਜੋਤ ਸਿੱਧੂ ਪਿਛਲੀ ਵਾਰੀ ਸ਼ਾਇਦ 47,000 ਵੋਟਾਂ ਦੇ ਨਾਲ ਜਿੱਤੇ ਸੀ, ਬੜੀ ਭਾਰੀ
ਡਿਫਰੈਂਸ ਸੀਗਾ ਜੀ ਉਹਦੇ 'ਚ ਉਹ ਜਿੱਤੇ ਸੀ। ਤੇ ਉਦੋਂ ਇਹ ਵੀ ਕਿਹਾ ਜਾਂਦਾ ਕਿ ਉਸ ਵੇਲੇ ਬੀਜੇਪੀ ਨੇ ਆਮ ਆਦਮੀ ਪਾਰਟੀ ਨੂੰ ਰੋਕਣ ਵਾਸਤੇ ਕਾਂਗਰਸ ਦੀ ਸਪੋਰਟ ਕੀਤੀ ਸੀ, ਔਰ ਸਪੈਸ਼ਲੀ ਕੈਪਟਨ ਅਮਰਿੰਦਰ ਸਿੰਘ ਦੇ ਕਹੇ ਤੇ, ਜੋ ਹੁਣ ਜ਼ਾਹਿਰ ਹੋ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਦਾ ਔਰ ਬੀਜੇਪੀ ਦਾ ਆਪਸ 'ਚ ਇੱਕ ਲੈਵਲ ਤੇ ਸਮਝੌਤਾ ਸੀ। ਸੋ ਨਵਜੋਤ ਸਿੱਧੂ ਉਸ ਸੀਟ ਤੇ ਖੜੇ ਆ ਤਾਂ ਇਹਨਾਂ ਦੀ ਸ਼ਬਦੀ ਜਿਹੜਾ ਆਪਸ ਦੇ ਵਿੱਚ ਜੰਗ ਹੈ ਉਹ ਆਪਣੀ ਅਸੈਂਬਲੀ 'ਚ ਵੀ ਕਈ ਵਾਰੀ ਹੁੰਦਾ, ਮੀਡੀਆ ਦਾ ਵੀ ਤਾਂ ਬਣਿਆ ਹੀ ਰਹਿੰਦਾ, ਭੱਦੀ ਸ਼ਬਦਾਵਲੀ ਵੀ ਵਰਤੀ ਜਾਂਦੀ ਹੈ ਦੋਨੋਂ ਪਾਸਿਓਂ, ਤੇ ਇੱਕ ਦੂਜੇ ਦਾ ਮਜ਼ਾਕ ਵੀ ਭੱਦੇ ਤਰੀਕੇ ਨਾਲ ਕੀਤਾ ਜਾਂਦਾ। ਜੋ ਉਹਨਾਂ ਨੇ ਇੱਕ ਵਾਰੀ ਸੁਖਬੀਰ ਬਾਦਲ ਉੱਥੇ ਗਏ ਹੋਏ ਸੀ ਤਾਂ ਲੋਕਾਂ ਨੇ, ਜਿਹੜੇ ਵਰਕਰ ਸੀ, ਉਹਨਾਂ ਨੇ ਕਿਹਾ ਕਿ ਬਿਕਰਮ ਮਜੀਠੀਆ ਨੂੰ ਅੰਮ੍ਰਿਤਸਰ ਜਿਹੜੀ ਪੂਰਬੀ ਹੈ ਉਹਦੇ 'ਚ ਖੜੇ ਹੋਣਾ ਚਾਹੀਦਾ ਤਾਂ ਕਿ ਸਾਡੀ ਡਾਇਰੈਕਟ ਉਹਦੇ ਨਾਲ ਇੱਕ ਕੰਟੈਸਟ ਬਣੇ। ਬਿਕਰਮ ਮਜੀਠੀਆ ਨੇ ਉਹ ਮੰਨ ਲਿਆ ਤੇ ਫਿਰ ਜਦੋਂ ਖੜੇ ਹੋ ਗਏ, ਉਸ ਪਹਿਲਾਂ ਤਾਂ ਆਪਣੀ ਕਨਸਟੀਟੂਐਂਸੀ ਮਜੀਠਾ ਤੋਂ ਉਹਨਾਂ ਨੇ ਨਾਮਜ਼ਦਗੀਆਂ ਭਰੀਆਂ ਹੋਈਆਂ ਸੀ, ਫਿਰ ਆ ਕੇ ਜੀ ਅੰਮ੍ਰਿਤਸਰ ਈਸਟ ਜੋ, ਤੇ ਨਵਜੋਤ ਸਿੱਧੂ ਨੇ ਜਿਸ ਦਿਨ ਆਪਣੀ ਨਾਮਜ਼ਦਗੀ ਭਰੀ ਸੀ ਤਾਂ ਬੜਾ ਲਲਕਾਰਾ ਮਾਰ ਕੇ ਕਿਹਾ ਸੀ ਕਿ ਜੇ ਹਿੰਮਤ ਹੈ ਤਾਂ ਫਿਰ ਕੱਲਾ ਹੀ ਲੜਨਾ ਆ ਕੇ ਵੀ ਤੀਆ ਪਾਜਾ ਹੋ ਜੇ। ਤਾਂ ਬਿਕਰਮ ਮਜੀਠੀਆ ਨੂੰ ਜਦੋਂ ਸੁਪਰੀਮ ਕੋਰਟ ਵੱਲੋਂ ਆ ਰਾਹਤ ਹੋਈ ਹੈ ਕਿ ਉਹ ਅਰੈਸਟ 23 ਤਰੀਕ ਤੱਕ ਨਹੀਂ ਹੋ ਸਕਦੇ, ਤਾਂ ਬਿਕਰਮ ਮਜੀਠੀਆ ਨੇ ਉਹ ਵੀ ਚੈਲੰਜ ਨਵਜੋਤ ਸਿੱਧੂ ਦਾ ਕਬੂਲ ਕਰ ਲਿਆ ਤੇ ਉਹਨਾਂ ਨੇ ਆਪਣੀ ਜਿਹੜੀ ਨੋਮੀਨੇਸ਼ਨ ਹੈ ਮਜੀਠਾ ਹਲਕਾ ਤੋਂ ਉਹ ਵਿਡਰਾ ਕਰ ਲਈ ਹੈ। ਮਜੀਠਾ ਹਲਕਾ ਤੋਂ ਹੁਣ ਬਿਕਰਮ ਮਜੀਠੀਆ ਦੀ ਪਤਨੀ ਗਨੀਵ ਕੌਰ ਉਹ ਕੈਂਡੀਡੇਟ ਨੇ, ਉਹ ਕਵਰਿੰਗ ਕੈਂਡੀਡੇਟ ਨੇ, ਉਹ ਲੜਨਗੇ। ਵਾਸੂ ਜੀ, ਇਹ ਵੀ ਬੜੀ ਦਿਲਚਸਪ ਕਹਾਣੀ ਹੈ। ਨਵਜੋਤ ਸਿੱਧੂ ਨੇ ਕੋਈ ਕਵਰਿੰਗ ਕੈਂਡੀਡੇਟ ਨਹੀਂ ਲਾਇਆ ਤੇ ਪਰ ਬਹੁਤ ਸਾਰੇ ਜਿਹੜੇ ਪੋਲੀਟੀਸ਼ੀਅਨ ਨੇ ਸਾਡੇ ਐਤਕੀ, ਉਹਨਾਂ ਨੇ ਆਪਣੀਆਂ ਪਤਨੀਆਂ ਨੂੰ, ਆਈ ਥਿੰਕ ਮੈਂ ਦੇਖ ਰਿਹਾ ਸੀ ਕੋਈ ਲਿਸਟ, 20-25 ਪੋਲੀਟੀਸ਼ੀਅਨ ਨੇ ਸੌਰੀ ਸਾਰੀਆਂ ਪਾਰਟੀਆਂ ਤੋਂ ਜਿਨ੍ਹਾਂ ਨੇ ਆਪਣੇ ਕਵਰਿੰਗ ਕੈਂਡੀਡੇਟ ਪਤਨੀ ਨੂੰ ਲਾਇਆ। ਸੋ ਬਿਕਰਮ ਮਜੀਠੀਆ ਨੇ, ਜਿਹੜੇ ਉਹਨਾਂ ਦੀ ਵਾਈਫ ਨੇ, ਉਹ ਹੁਣ ਮਜੀਠਾ ਤੋਂ ਲੜਨਗੇ ਔਰ ਬਿਕਰਮ ਮਜੀਠੀਆ ਜਿਹੜੇ ਹੈਗੇ ਆ ਉਹ ਅੰਮ੍ਰਿਤਸਰ ਈਸਟ ਤੋਂ ਲੜਨਗੇ। ਗਹਿ ਗੱਚ ਲੜਾਈ ਔਰ ਇਹ ਮੁਕਾਬਲਾ ਹੋਏਗਾ। ਇਹਨੂੰ ਮਦਰ ਆਫ ਆਲ ਇਲੈਕਟੋਰਲ ਬੈਟਲਸ ਕਿਹਾ ਜਾਂਦਾ। ਇਹਦੇ ਵਿੱਚ ਦੋਨੋਂ ਜਿਹੜੇ ਇਹ ਕਦਾਵਰ ਨੇਤਾ ਨੇ ਆਪਣੇ ਲੈਵਲ ਤੇ, ਇਹਨਾਂ ਦਾ ਕੰਟਰੋਲ ਆ ਸਪੈਸ਼ਲੀ ਮਾਝੇ ਦੀ ਪੋਲਿਟਿਕਸ ਦੇ ਵਿੱਚ ਔਰ ਸਟੇਟ ਪੋਲਿਟਿਕਸ ਵੀ ਹੈਗਾ। ਇਹਨਾਂ ਦਾ ਜਿਹੜਾ ਹੈਗਾ ਪੋਲੀਟੀਕਲ ਕੈਰੀਅਰ ਇਸ ਕੰਟੈਸਟ ਦੇ ਉੱਤੇ ਜਿਹੜਾ ਹੈਗਾ ਨਿਰਭਰ ਹੋ ਜਾਏਗਾ। ਦੇਖੋ ਕੌਣ ਰਹਿੰਦਾ ਕੌਣ ਨਹੀਂ। ਉਹੀ ਕੁੰਡੀਆਂ ਦੇ ਹੁਣ ਸਿੰਘ ਫਸ ਗਏ, ਨਿਕੜੂ ਬੜੇਵੇਂ ਖਾਣੀ। ਸੋ ਦੇਖੋ ਕਿੱਥੇ ਕਿਹੜੇ ਭਾਅ ਵਿਕਦੀ ਹੈ ਜੀ। ਪੰਦੇਰ ਸਾਹਿਬ, ਹੁਣ ਬਿਕਰਮ ਮਜੀਠੀਆ ਨੇ ਤਾਂ ਕਹਿਤਾ ਕਿ ਉਹ ਇੱਕ ਸੀਟ ਤੋਂ ਹੀ ਇਲੈਕਸ਼ਨ ਲੜਨਗੇ, ਪਰ ਕਾਂਗਰਸ ਹੁਣ ਚਰਨਜੀਤ ਚੰਨੀ ਨੂੰ 2 ਸੀਟਾਂ ਤੋਂ ਇਲੈਕਸ਼ਨ ਲੜਵਾ ਰਹੀ ਹੈ। ਸੋ ਚਮਕੌਰ ਸਾਹਿਬ ਵੀ ਤੇ ਭਦੌੜ ਵੀ। ਬਹੁਤ ਹੀ ਦਿਲਚਸਪ ਘਟਨਾ ਜੀ ਵਾਸੂ ਜੀ ਇਹਦੇ ਬਾਰੇ ਕਿ ਮੁੱਖ ਮੰਤਰੀ ਚੰਨੀ ਜਿਹੜੇ ਹੈਗੇ 2 ਸੀਟਾਂ ਤੋਂ ਲੜਨਗੇ। ਬਿਲਕੁਲ ਪਹਿਲਾਂ ਜਿਹੜੇ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਨੇ ਨਵਜੋਤ ਸਿੱਧੂ, ਉਹ ਬਿਕਰਮ ਮਜੀਠੀਆ ਨੂੰ ਤਾਂ ਲਲਕਾਰ ਰਹੇ ਨੇ, ਪਰ ਉਹਨਾਂ ਦੀ ਆਪਣੀ ਸਿਚੁਏਸ਼ਨ ਬੜੀ ਹੋਰ ਤਰ੍ਹਾਂ ਦੀ ਹੋ ਜਾਂਦੀ ਹੈ ਕਿ ਚੀਫ ਮਿਨਿਸਟਰ ਹੈ ਉਹ ਆਪ ਖੁਦ 2 ਸੀਟਾਂ ਤੋਂ ਲੜ ਰਿਹਾ। ਹੁਣ ਇਹਦੇ 2 ਮਾਇਨੇ ਕੱਢੇ ਜਾ ਰਹੇ ਨੇ। ਇੱਕ ਤਾਂ ਇਹ ਕਿਹਾ ਜਾ ਰਿਹਾ ਕਿ ਪਾਰਟੀ ਹਾਈ ਕਮਾਂਡ ਨੇ ਇਨਡਾਇਰੈਕਟਲੀ ਲੋਕਾਂ ਨੂੰ ਇਹ ਮੈਸੇਜ ਦੇ ਦਿੱਤਾ ਕਿ ਚੀਫ ਮਿਨਿਸਟਰ ਚਿਹਰਾ ਚਰਨਜੀਤ ਚੰਨੀ ਹੀ ਹੋਣਗੇ ਔਰ ਉਹ ਚਰਨਜੀਤ ਚੰਨੀ ਨੂੰ ਸਿਕਿਉਰ ਕਰਨਾ ਚਾਹੁੰਦੇ ਕਿ ਵਿਧਾਨ ਸਭਾ 'ਚ ਉਹ ਪਹੁੰਚਣ, ਕਿਉਂਕਿ ਜਿਹੜੀਆਂ ਹੁਣ ਰਿਪੋਰਟਸ ਆ ਰਹੀਆਂ ਨੇ ਉਹ ਇਹ ਹੈ ਕਿ ਚਰਨਜੀਤ ਚੰਨੀ ਉਹਨਾਂ ਵਾਸਤੇ ਚਮਕੌਰ ਦੀ ਲੜਾਈ ਜਿਹੜੀ ਹੈ ਕੰਟੈਸਟ ਹੈ ਉਹ ਕੋਈ ਬੜਾ ਸੌਖਾ ਨਹੀਂ ਹੈ। ਸੋ ਉਹਨਾਂ ਨੂੰ ਭਦੌੜ ਦੇ ਵਿੱਚ ਇੱਕ ਸੇਫ ਸੀਟ ਮੰਨੀ ਜਾ ਰਹੀ ਹੈ। ਕਿੰਨੀ ਕਿਉਂ ਭਦੌੜ ਜਿਹੜਾ ਹੈਗਾ ਜੀ ਮਾਲਵੇ 'ਚ ਆ, ਮਾਲਵੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਟੋਟਲ ਇਸ ਵੇਲੇ ਤੂਫਾਨ ਉੱਠਿਆ ਹੈ। ਆਮ ਆਦਮੀ ਪਾਰਟੀ ਵਾਸਤੇ ਬਹੁਤ ਲੋਕਾਂ ਦਾ ਰੁਝਾਨ ਨਜ਼ਰ ਆ ਰਿਹਾ। ਸੋ ਦੂਸਰੇ ਪਾਸੇ ਇਹ ਵੀ ਕਿਹਾ ਜਾ ਰਿਹਾ ਕਿ ਚਰਨਜੀਤ ਚੰਨੀ ਜਿਹੜੇ ਹੈਗੇ ਉਹਨਾਂ ਨੂੰ ਇੱਕ ਆਮ ਆਦਮੀ ਪਾਰਟੀ ਦੇ ਖਿਲਾਫ ਇੱਕ ਕਾਮਨ ਸਿਟੀਜ਼ਨ, ਸਪੈਸ਼ਲੀ ਜਿਹੜਾ ਹੈਗਾ ਸ਼ਡਿਊਲ ਕਾਸਟ ਵਰਗ ਤੋਂ ਹੈ, ਉਹਨੂੰ ਖੜਾ ਕੀਤਾ ਜਾਵੇ ਤੇ ਮਾਲਵੇ ਦੇ ਵਿੱਚ ਜਿਹੜੀ ਹੈ ਉਹ ਆਪ ਦੀ ਕਾਟ ਕੀਤੀ ਜਾਵੇ। ਸੋ ਉਸੇ ਤਰ੍ਹਾਂ ਉਸੇ ਜਿਹੜੀ ਲੈਅ ਦੇ ਵਿੱਚ ਜਿਹੜਾ ਹੈ ਚਰਨਜੀਤ ਚੰਨੀ ਨੇ ਲੋਕਾਂ ਨੂੰ ਕਿਹਾ ਮੈਂ ਮਾਲਵੇ ਦੇ ਵਿੱਚ ਸੁਦਾਮੇ ਦੀ ਤਰ੍ਹਾਂ ਆਇਆ, ਤਾਂ ਹੁਣ ਮਾਲਵੇ ਦੇ ਲੋਕਾਂ ਦੀ ਹੁਣ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕ੍ਰਿਸ਼ਨ ਬਣ ਕੇ ਮੈਨੂੰ ਸੰਭਾਲ ਲੈਣ।
ਸੋ ਕਾਫੀ ਜਿਹੜੀ ਦਿਲਚਸਪ ਗੱਲ ਹੈਗੀ, ਪਰ ਦੂਸਰੇ ਪਾਸੇ ਜਿਹੜਾ ਇਹਦਾ ਦੂਸਰਾ ਪਹਿਲੂ ਆ ਕਿ ਨਵਜੋਤ ਸਿੱਧੂ ਇਸ ਤੋਂ ਕਾਫੀ ਖਫਾ ਨੇ ਜੀ। ਨਵਜੋਤ ਸਿੱਧੂ ਨੇ ਪਹਿਲੀ ਗੱਲ ਤਾਂ ਇਹ ਕਿਹਾ ਕਿ ਸਵਾਰੀ ਆਪਣੇ ਸਮਾਨ ਦੀ ਖੁਦ ਜ਼ਿੰਮੇਦਾਰ ਹੈ, ਤੇ ਉਹਨਾਂ ਨੇ ਇੱਥੇ ਤੱਕ ਵੀ ਇੰਡੀਕੇਟ ਕੀਤਾ ਕਿ ਉਹਨਾਂ ਨੂੰ ਇਸ ਬਾਰੇ ਪੁੱਛਿਆ ਨਹੀਂ ਗਿਆ ਪਾਰਟੀ ਹਾਈ ਕਮਾਂਡ ਤੋਂ। ਔਰ ਦੂਸਰੇ ਪਾਸੇ ਇਹ ਕਿਹਾ ਜਾਂਦਾ ਕਿ ਉਸੇ ਤਰ੍ਹਾਂ ਸੀਐਮ ਦਾ ਚਿਹਰਾ ਉਹ ਵੀ ਨੇ, ਉਹ ਵੀ ਦੋ ਜਗ੍ਹਾ ਤੋਂ ਲੜ ਸਕਦੇ ਸੀ। ਪਰ ਇਹਦੇ ਵਿੱਚ ਵਾਸੂ ਜੀ ਬੜਾ ਇੱਕ ਦਿਲਚਸਪ ਪਹਿਲੂ ਇਹ ਆ ਕਿ ਨਵਜੋਤ ਸਿੱਧੂ ਆਪਣੇ ਇੱਕ ਕਰੀਬੀ ਰਿਸ਼ਤੇਦਾਰ ਨੂੰ ਅਮਰਗੜ੍ਹ ਸੁਮਿਤ ਸਿੰਘ ਨੂੰ ਅਮਰਗੜ੍ਹ ਤੋਂ ਟਿਕਟ ਦਿਵਾਉਣ 'ਚ ਕਾਮਯਾਬ ਹੋ ਗਏ, ਪਰ ਚਰਨਜੀਤ ਚੰਨੀ ਆਪਣੇ ਭਰਾ ਨੂੰ ਜਿਹੜੀ ਬਸੀ ਪਠਾਣਾ ਤੋਂ ਡਾਕਟਰ ਮਨਮੋਹਨ ਸਿੰਘ ਨੂੰ ਨਹੀਂ ਟਿਕਟ ਦਵਾ ਸਕੇ ਸੀ। ਸੋ ਜਿਹੜੀ ਪੇਚ ਪੈ ਰਹੇ ਨੇ ਨਾ ਕਾਂਗਰਸ ਦੇ ਅੰਦਰੂਨੀ, ਇਹਨੂੰ ਤਾਂ ਇਹਨਾਂ ਨੇ ਲੈ ਬੈਠਣਾ। ਸੋ ਕੀ ਲੋਕਾਂ ਦੇ ਵਿੱਚ ਮੈਸੇਜ ਇਹ ਜਾਏਗਾ ਕਿ ਪਾਰਟੀ ਜਿਹੜੀ ਹੈਗੀ ਆ ਉਹ ਘਬਰਾ ਗਈ ਹੈ ਕਿ ਚੰਨੀ ਉਹਨਾਂ ਨੂੰ ਉਹ ਚਮਕੌਰ ਸਾਹਿਬ 'ਚ ਬਚਾ ਨਹੀਂ ਸਕਦੇ, ਜਾਂ ਫਿਰ ਜਿਹੜੀ ਇਹ ਸਟ੍ਰੈਟਜੀ ਆ ਕਿ ਜਿੱਥੇ ਆਮ ਆਦਮੀ ਪਾਰਟੀ ਦਾ ਸਭ ਤੋਂ ਜ਼ਿਆਦਾ ਜ਼ੋਰ ਹੈ ਉੱਥੇ ਤੁਸੀਂ ਮੁੱਖ ਮੰਤਰੀ ਚੰਨੀ, ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਉਹਨਾਂ ਦੇ ਜਿਹੜੇ ਪਪੂਲੈਰਿਟੀ ਗ੍ਰਾਫ ਨੇ ਐਜ਼ ਚੀਫ ਮਿਨਿਸਟਰ ਸਭ ਤੋਂ ਅੱਗੇ ਖੁਦ ਚੰਨੀ ਜਾ ਰਹੇ ਨੇ। ਸੋ ਕੀ ਉਸ ਦਾ ਫਾਇਦਾ ਕਾਂਗਰਸ ਨੂੰ ਮਿਲੇਗਾ? ਕਾਂਗਰਸ ਦੀ ਡੁੱਬਦੀ ਬੇੜੀ ਨੂੰ ਕੋਈ ਜਿਹੜਾ ਹੈਗਾ ਸਹਾਰਾ ਮਿਲੂਗਾ ਕਿ ਨਹੀਂ ਮਿਲੂਗਾ, ਇਹ ਦੇਖਣ ਵਾਲੀ ਗੱਲ ਹੋਏਗੀ ਜੀ। ਪੰਦੇਰ ਸਾਹਿਬ, ਹੁਣ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨੇ ਚਰਨਜੀਤ ਚੰਨੀ ਤੇ ਬੜਾ ਤਿੱਖਾ ਹਮਲਾ ਕੀਤਾ। ਉਹ ਕਹਿੰਦੇ ਜਿਹੜੀਆਂ ਈਡੀ ਦੀਆਂ ਰੇਡਸ ਪਈਆਂ ਸੀ, ਜਿਹੜੇ ਛਾਪੇ ਮਾਰੇ ਸੀ, ਉਸ ਮਾਮਲੇ ਦੀ ਹੁਣ ਸੀਬੀਆਈ ਇਨਕੁਆਇਰੀ ਹੋਣੀ ਚਾਹੀਦੀ ਹੈ। ਮੈਨੂੰ ਇੱਕ ਵਾਰੀ ਯਾਦ ਹੈ ਜੀ, ਵਿਧਾਨ ਸਭਾ ਦੇ ਵਿੱਚ ਅਸੀਂ ਕਵਰ ਕਰਨ ਗਏ ਸੀ ਵਾਸੂ ਜੀ, ਬੜਾ ਇੰਟਰਸਟਿੰਗ ਗੱਲ ਹੈ ਜੀ। ਤਾਂ ਜਗਮੋਹਨ ਕੰਗ ਉਹਨਾਂ ਨੇ ਰੇਤੇ ਬਜਰੀ ਦੀ ਜਿਹੜੀ ਇਲੀਗਲ ਬਿਜ਼ਨਸ ਹੈ ਉਹਦੀ ਗੱਲ ਉਹਨਾਂ ਨੇ ਉਠਾਈ। ਤਾਂ ਮਦਨ ਮੋਹਨ ਮਿੱਤਲ ਉਦੋਂ ਪਾਰਲੀਮੈਂਟਰੀ ਅਫੇਅਰਸ ਮਿਨਿਸਟਰ ਹੁੰਦੇ ਸੀ। ਮਦਨ ਮੋਹਨ ਮਿੱਤਲ ਵੀ, ਉਹਨਾਂ ਦੀ ਵੀ ਆਪਾਂ ਅੱਗੇ ਜਾ ਕੇ ਗੱਲ ਕਰਦੇ ਹਾਂ। ਤਾਂ ਉਹਨਾਂ ਨੇ ਜਗਮੋਹਨ ਕੰਗ ਨੂੰ ਸਨੱਬ ਕਰਕੇ ਕਿਹਾ ਕਿ ਇੱਕ ਉਹਨਾਂ ਨੇ ਡੇਟ ਦਿੱਤੀ ਸੀ, ਮੈਨੂੰ ਹੁਣ ਇਸ ਵੇਲੇ ਯਾਦ ਨਹੀਂ, ਸ਼ਾਇਦ ਕਹਿੰਦੇ ਇਸ ਸਾਲ ਤੋਂ ਪਹਿਲਾਂ ਚੰਡੀਗੜ੍ਹ ਦੀ ਕਿਹੜੀ ਕੋਠੀ ਹੈ ਜਿਹੜੀ ਤੁਹਾਡੀ ਕੰਗ ਬ੍ਰਦਰਜ਼ ਦਾ ਰੇਤਾ ਬਜਰੀ ਨਹੀਂ ਲੱਗਿਆ। ਉਹਨਾਂ ਨੇ ਕਿਹਾ ਕਿ ਇਸ ਇਲਾਕੇ ਦੇ ਵਿੱਚ ਜਿਹੜਾ ਗੈਰ ਕਾਨੂੰਨੀ ਰੇਤਾ ਔਰ ਬਜਰੀ ਦਾ ਬਿਜ਼ਨਸ ਹੈ, ਉਹਦਾ ਜਿਹੜਾ ਸ਼ੁਰੂਆਤ ਆ ਉਹ ਜਗਮੋਹਨ ਕੰਗ ਔਰ ਉਹਦੇ ਭਰਾਵਾਂ ਨੇ ਸ਼ੁਰੂ ਕੀਤਾ ਸੀ। ਹੁਣ ਅੱਜ ਟਿਕਟ ਕੱਟੀ ਗਈ, ਉਹ ਆਪਣੇ ਬੇਟੇ ਨੂੰ ਉਹਨਾਂ ਨੇ ਐਜ਼ ਇੰਡੀਪੈਂਡੈਂਟ ਖੜਾ ਕੀਤਾ। ਤਾਂ ਜਗਮੋਹਨ ਕੰਗ ਜੋ 3 ਵਾਰੀ ਮੰਤਰੀ ਰਹਿ ਚੁੱਕੇ ਆ, ਉਹਨਾਂ ਨੇ ਰਾਦਰ 2 ਵਾਰੀ ਮੰਤਰੀ ਤੇ 3 ਵਾਰੀ ਐਮਐਲਏ ਰਹਿ ਚੁੱਕੇ ਆ, ਉਹਨਾਂ ਨੇ ਸਿੱਧਾ ਜਿਹੜਾ ਸੀ ਅਟੈਕ ਚੰਨੀ ਔਰ ਹਰੀਸ਼ ਚੌਧਰੀ ਦੇ ਉੱਤੇ ਕੀਤਾ ਕਿ ਇਹਨਾਂ ਨੇ ਰਲ ਕੇ ਮੇਰੀ ਟਿਕਟ ਕੱਟੀ ਹੈ। ਸੋ ਉਹਨਾਂ ਨੇ ਕਿਹਾ ਜੀ ਜਿਹੜੀ ਇਹਦੇ ਵਿੱਚ ਮੈਂ ਬਹੁਤ ਹਤਾਸ਼ ਹਾਂ। ਉਹਨਾਂ ਨੇ ਆਪਣੇ ਬੇਟੇ ਯਾਦਵਿੰਦਰ ਕੰਗ ਨੂੰ ਫੀਲਡ 'ਚ ਉਤਾਰਿਆ ਐਜ਼ ਇੰਡੀਪੈਂਡੈਂਟ, ਤੇ ਉਹ ਕਹਿੰਦੇ ਮੈਨੂੰ ਅਪਰੋਚ ਬੀਜੇਪੀ ਨੇ ਵੀ ਕੀਤਾ ਸੀ, ਆਪ ਨੇ ਵੀ ਕੀਤਾ ਸੀ, ਅਕਾਲੀ ਦਲ ਨੇ ਵੀ ਕੀਤਾ ਸੀ, ਪਰ ਮੈਂ 47 ਸਾਲਾਂ ਤੋਂ ਕਾਂਗਰਸੀ ਹਾਂ, ਮੈਂ ਇੰਡੀਪੈਂਡੈਂਟ ਲੜੂੰਗਾ, ਮੈਂ ਹੋਰ ਕਿਸੇ ਪਾਰਟੀ 'ਚ ਨਹੀਂ ਜਾਊਂਗਾ। ਉਹਨਾਂ ਨੇ ਕਿਹਾ ਵੀ ਕੱਲਾ ਕੈਂਪੇਨ ਅਸੀਂ ਆਪਣੀ ਖਰੜ ਕੌਂਸਟੀਟੂਐਂਸੀ ਵਾਸਤੇ ਉਹ ਟਿਕਟ ਮੰਗ ਰਹੇ ਸੀ, ਕਹਿੰਦੇ ਖਰੜ ਕੌਂਸਟੀਟੂਐਂਸੀ ਨਹੀਂ, ਅਸੀਂ ਜਾ ਕੇ ਚਮਕੌਰ ਸਾਹਿਬ ਵੀ ਜਿਹੜਾ ਹੈਗਾ ਚਰਨਜੀਤ ਚੰਨੀ ਦੀਆਂ ਜਿਹੜੀਆਂ ਸਾਰੀਆਂ ਕਰਤੂਤਾਂ ਨੇ ਉਹ ਉਜਾਗਰ ਕਰਾਂਗੇ, ਭਦੌੜ ਜਾ ਕੇ ਵੀ ਕਰਾਂਗੇ, ਤੇ ਔਰ ਦੋਨੋਂ ਸੀਟਾਂ ਤੇ ਕਹਿੰਦੇ ਕੋਸ਼ਿਸ਼ ਪੂਰੀ ਕਰਾਂਗੇ ਕਿ ਚਰਨਜੀਤ ਚੰਨੀ ਹਾਰ ਜਾਣ। ਇਹ ਇੱਕ ਪਰ ਜਿਹੜੀ ਗੱਲ ਆਪਣੀ ਵਾਸੂ ਜੀ ਇਹ ਆ ਵੀ ਇਹ ਇਕੱਲੀ ਇੱਥੇ ਨਹੀਂ ਹੈ ਜੀ। ਤੁਸੀਂ ਇਹ ਦੇਖੋ ਬਹੁਤ ਸਾਰੀਆਂ ਕਾਂਗਰਸ ਨੂੰ ਇਸ ਵੇਲੇ ਕੋਈ 20 ਜਗ੍ਹਾ ਦੇ ਉੱਤੇ ਇਹ ਬਗਾਵਤ ਦੇਖਣੀ ਪੈ ਰਹੀ ਆ। ਨਵਾਂ ਸ਼ਹਿਰ ਦੇ ਵਿੱਚ ਅੰਗਦ ਸੈਣੀ ਸਿਟਿੰਗ ਐਮਐਲਏ, ਉਹਨਾਂ ਦੀ ਟਿਕਟ ਕੱਟ ਦਿੱਤੀ ਗਈ ਔਰ ਉਹਨਾਂ ਨੇ ਕੱਲ ਸਨਸਨੀ ਪੈਦਾ ਕਰ ਦਿੱਤੀ ਕਿ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਸੀ ਕਿ ਉਹ ਆਪਣੀ ਪਤਨੀ ਅਦਿਤੀ ਸਿੰਘ ਜੋ ਬੀਜੇਪੀ ਦੇ ਐਮਐਲਏ ਨੇ ਯੂਪੀ ਦੇ ਵਿੱਚ, ਵੀ ਉਹਨਾਂ ਦੇ ਖਿਲਾਫ ਲਿਖਣ। ਅਦਿਤੀ ਸਿੰਘ ਸਾਡੇ ਸਰੋਤਿਆਂ ਨੂੰ ਮੈਂ ਨਾਲ ਸਾਂਝੀ ਗੱਲ ਕਰਨਾ ਚਾਹੁੰਦਾ ਕਿ ਉਹਨਾਂ ਨੇ ਸੋਨੀਆ ਗਾਂਧੀ ਨੂੰ ਵੰਗਾਰਿਆ ਸੀ ਕਿ ਵੀ ਅਸੀਂ ਆਪਾਂ ਅਗਲੀ ਵਾਰੀ ਇਲੈਕਸ਼ਨ ਵਿੱਚ ਡਾਇਰੈਕਟਲੀ ਆ ਕੇ ਕੰਟੈਸਟ 'ਚ ਲੜੀਏ। ਸੋ ਕਹਿੰਦੇ ਜੀ ਪਾਰਟੀ ਹਾਈ ਕਮਾਂਡ ਨੇ ਪੂਰਾ ਪ੍ਰੈਸ਼ਰ ਪਾਇਆ ਹੋਇਆ ਸੀ ਕਿ ਤੂੰ ਆਪਣੀ ਘਰਵਾਲੀ ਦੇ ਖਿਲਾਫ ਸੋਸ਼ਲ ਮੀਡੀਆ ਤੇ ਬੋਲ ਤਾਂ ਟਿਕਟ ਮਿਲੂਗੀ। ਸੋ ਉਹਨਾਂ ਨੂੰ ਇਹ ਮਨਜ਼ੂਰ ਨਹੀਂ ਸੀ ਤਾਂ ਉਹ ਨਹੀਂ ਮੰਨੇ। ਇਸੇ ਤਰ੍ਹਾਂ ਇਹ ਤਾਂ ਕਾਂਗਰਸ ਦੇ ਵਿੱਚ ਹੈ, ਜਿਹੜੀ ਬੀਜੇਪੀ ਹੈ ਜਿਹਨੇ ਸਾਰਿਆਂ ਨੂੰ ਐਡਜਸਟ ਕੀਤਾ, ਸਾਰੇ ਪਾਸਿਓਂ ਜਿਹੜੇ ਸੀਗੇ, ਇਹ ਕਿਹਾ ਜਾਂਦਾ ਕਿ ਟਿਕਟਾਂ ਦੇ ਵਿੱਚ ਕੋਈ 30% ਲੋਕ ਉਹ ਨੇ ਜਿਹੜੇ ਦੂਜੀਆਂ ਪਾਰਟੀਆਂ 'ਚੋਂ ਆਏ ਨੇ। ਪਰ ਹੁਣ ਵਾਸੂ ਜੀ ਜਿਹੜੇ ਸਾਬਕਾ ਮੰਤਰੀ ਰਹੇ ਆ ਔਰ ਕਿਸੇ ਟਾਈਮ ਤੇ
ਬੀਜੇਪੀ ਦਾ ਪੰਜਾਬ 'ਚ ਧੁਰਾ ਰਹੇ ਮਦਨ ਮੋਹਨ ਮਿੱਤਲ, ਉਹਨਾਂ ਨੂੰ ਵੀ ਟਿਕਟ ਡਿਨਾਈ ਕੀਤੀ ਗਈ। ਉਹਨਾਂ ਨੇ ਆਪਣੇ ਬੇਟੇ ਵਾਸਤੇ ਟਿਕਟ ਮੰਗੀ ਸੀ ਉਹ ਆਨੰਦਪੁਰ ਸਾਹਿਬ ਤੋਂ, ਉਹ ਨਹੀਂ ਟਿਕਟ ਦਿੱਤੀ ਗਈ ਬੀਜੇਪੀ ਵੱਲੋਂ। ਫਿਰ ਅੰਤ ਦੇ ਵਿੱਚ ਉਹਨਾਂ ਨੇ ਜੀ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰ ਲਈ। ਔਰ ਇਹ ਵੀ ਗੱਲ ਮੈਂ ਦੱਸਣੀ ਚਾਹੁੰਦਾ ਕਿ ਜਦੋਂ ਬੀਜੇਪੀ ਔਰ ਅਕਾਲੀ ਦਲ ਦਾ ਤੋੜ ਵਿਛੋੜਾ ਹੋਇਆ, ਉਸ ਤੋਂ ਪਹਿਲਾਂ ਮਦਨ ਮੋਹਨ ਮਿੱਤਲ ਕਾਫੀ ਦੇਰ ਆਪਣੀ ਪਾਰਟੀ ਨੂੰ ਕਹਿੰਦੇ ਰਹੇ ਅਸੀਂ ਅਕਾਲੀ ਦਲ ਤੋਂ ਤੋੜ ਵਿਛੋੜਾ ਕਰ ਲਈਏ ਤਾਂ ਹੀ ਸਾਡੀ ਪਾਰਟੀ ਦਾ ਕੋਈ ਆਧਾਰ ਬਣੂਗਾ। ਹੁਣ ਦੇਖੋ ਪ੍ਰਸਥਿਤੀਆਂ ਕਿਵੇਂ ਬਦਲਦੀਆਂ ਨੇ। ਜਿਹੜਾ ਕਿਸੇ ਟਾਈਮ ਤੇ ਦੋਸਤ ਸੀ ਹੁਣ ਉੱਥੇ ਹੀ ਸ਼ਰਨ ਲਈ ਆ ਜਾ ਕੇ। ਤੇ ਔਰ ਉਹਨਾਂ ਨੇ ਕਿਹਾ ਮਦਨ ਮੋਹਨ ਮਿੱਤਲ ਕਾਫੀ ਭਾਵੁਕ ਹੋ ਕੇ ਕਹਿੰਦੇ ਮੇਰੀ ਮਾਂ ਜਿਹੜੀ ਹੈਗੀ ਆ ਉਹ ਮਤਈ ਹੋ ਗਈ। ਸੋ ਇਸ ਲਈ ਮੈਨੂੰ ਇਹ ਛੱਡ ਕੇ ਬੜੇ ਭਾਰੀ ਦਿਲ ਦੇ ਨਾਲ ਛੱਡ ਕੇ ਆਉਣਾ ਪਿਆ। ਫਿਰ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਔਰ ਸੁਖਬੀਰ ਬਾਦਲ ਉਹਨਾਂ ਦੇ ਸੋਲੇ ਬੜੇ ਗਏ। ਚਲੋ ਪਰ ਉਹ ਤਾਂ ਦੂਸਰੀ ਗੱਲ ਹੈ। ਪਰ ਇਹੀ ਗੱਲ ਹੈ ਕਿ ਹਰ ਇੱਕ ਪਾਰਟੀ ਨੂੰ ਆਪਣੇ ਅੰਦਰੂਨੀ ਜਿਹੜਾ ਵਿਦਰੋਹ ਫੇਸ ਕਰਨਾ ਪੈ ਰਿਹਾ। ਇਕੱਲੇ ਇਹੀ ਨਹੀਂ ਸੀ, ਪਹਿਲਾਂ ਅਨਿਲ ਜੋਸ਼ੀ ਸੀ ਉਹਨਾਂ ਨੇ ਅਕਾਲੀ ਦਲ ਜੁਆਇਨ ਕੀਤਾ ਸੀ, ਮਨਜਿੰਦਰ ਸਿਰਸਾ ਅਕਾਲੀ ਦਲ ਦੇ ਕਦਾਵਰ ਨੇਤਾ ਉਹ ਬੀਜੇਪੀ 'ਚ ਜਾ ਵੜੇ। ਸੋ ਜਿਹੜੀਆਂ ਪਾਰਟੀਆਂ ਦੇ ਵਿੱਚ ਹੁਣ ਅੱਜ ਕੱਲ੍ਹ ਮਿਊਜ਼ੀਕਲ ਚੇਅਰਸ ਚੱਲ ਰਹੀਆਂ ਨੇ ਉਹ ਬੜਾ ਹੀ ਇੰਟਰਸਟਿੰਗ ਫਿਨੋਮੀਨਾ ਵਾ। ਪਰ ਇਹਦੇ ਨਾਲ ਵਾਸੂ ਜੀ ਮੈਨੂੰ ਕਹਿਣ 'ਚ ਕੋਈ ਗੁਰੇਜ਼ ਨਹੀਂ। ਲੋਕਾਂ ਦਾ ਜਿਹੜਾ ਵਿਸ਼ਵਾਸ ਹੈ, ਜਿਹੜਾ ਅੱਜ ਕੱਲ੍ਹ ਵੀ ਤੁਸੀਂ ਦੇਖੋ ਆਮ ਤੌਰ ਤੇ ਲੋਕੀ ਕਹਿੰਦੇ ਤੁਹਾਨੂੰ ਸੁਣਨਗੇ ਕਿ ਜਿਹੜੀਆਂ ਰਵਾਇਤੀ ਪੋਲੀਟੀਕਲ ਪਾਰਟੀਆਂ ਨੇ ਸਾਨੂੰ ਉਹਨਾਂ 'ਚ ਵਿਸ਼ਵਾਸ ਨਹੀਂ ਹੈ। ਲੋਕਾਂ ਦਾ ਵਿਸ਼ਵਾਸ ਹੈ ਇਹਨਾਂ ਪਾਰਟੀਆਂ ਤੋਂ ਟੁੱਟਦਾ ਜਾਏਗਾ, ਇਹੋ ਜਿਹੀਆਂ ਹਰਕਤਾਂ ਨਾਲ ਹੋ ਟੁੱਟੇਗਾ। ਜੀ ਪੰਦੇਰ ਸਾਹਿਬ, ਹੁਣ ਸੰਯੁਕਤ ਸਮਾਜ ਮੋਰਚਾ ਨੂੰ ਪਾਰਟੀ ਵਜੋਂ ਤਾਂ ਰਜਿਸਟਰ ਨਹੀਂ ਕੀਤਾ ਜਾ ਸਕਿਆ ਤੇ ਹੁਣ ਇਹਨਾਂ ਦੇ ਸਾਰੇ ਜਿਹੜੇ ਉਮੀਦਵਾਰ ਸੀ ਉਹ ਹੁਣ ਆਜ਼ਾਦ ਲੜਨਗੇ। ਹਾਂਜੀ ਵਾਸੂ ਜੀ ਬਿਲਕੁਲ। ਅੱਜ ਨਾਮਜ਼ਦਗੀਆਂ ਦਾਖਲ ਕਰਨ ਦਾ ਆਖਰੀ ਦਿਨ ਹੈ, ਯਾਨੀ ਮੰਗਲਵਾਰ ਨੂੰ। ਫਿਰ ਜਿਹੜਾ ਅੱਜ ਸ਼ਾਮ ਤੱਕ ਮੇਰੇ ਹਿਸਾਬ ਦੇ ਨਾਲ ਸ਼ਾਇਦ 5 ਵਜੇ ਤੱਕ ਤੁਸੀਂ ਨਾਮਜ਼ਦਗੀਆਂ ਦਾਖਲ ਕਰ ਸਕਦੇ ਹੋ। ਤੇ ਹਾਲੇ ਤੱਕ ਉਹਨਾਂ ਨੂੰ ਨਾ ਤਾਂ ਜਿਹੜਾ ਹੈਗਾ ਪਾਰਟੀ ਰਜਿਸਟਰ ਹੋਏ ਆ, ਨਾ ਹੀ ਉਹਨਾਂ ਨੂੰ ਇਲੈਕਸ਼ਨ ਸਿੰਬਲ ਮਿਲਿਆ। ਕਾਫੀ ਕੋਸ਼ਿਸ਼ ਕੀਤੀਆਂ, ਉਹ ਵਿਅਰਥ ਗਈਆਂ। ਤੇ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਇੱਕ ਇਲਜ਼ਾਮ ਲੱਗਿਆ ਸੀ ਕਿ ਬੀਜੇਪੀ ਇਹਨਾਂ ਨੂੰ ਸਪੋਰਟ ਕਰ ਰਹੀ ਆ, ਬੀਜੇਪੀ ਰੂਲਸ ਜਿਹੜੇ ਹੈਗੇ ਉਹਨਾਂ 'ਚ ਫੇਰ ਬਦਲ ਕਰ ਰਹੀ ਹੈ ਤਾਂ ਕਿ ਕਿਸਾਨਾਂ ਨੂੰ ਖੜੇ ਕੀਤਾ ਜਾਵੇ। ਆਮ ਆਦਮੀ ਪਾਰਟੀ ਨੂੰ ਇਹ ਖਦਸ਼ਾ ਵਾ ਕਿ ਜਿਹੜੇ ਕਿਸਾਨਾਂ ਦੀ ਜਿਹੜੀ ਸੰਯੁਕਤ ਸਮਾਜ ਮੋਰਚਾ ਤੇ ਹੋਰ ਜਿਹੜੇ ਕਿਸਾਨ ਜਥੇਬੰਦੀਆਂ ਖੜੇ ਹੋਣਗੇ ਉਹ ਆਮ ਆਦਮੀ ਪਾਰਟੀ ਦੀਆਂ ਹੀ ਵੋਟਾਂ ਕੱਟਣਗੇ। ਸੋ ਸੰਯੁਕਤ ਸਮਾਜ ਮੋਰਚਾ ਦੇ ਤਾਂ ਇੱਥੇ ਤੱਕ ਵੀ ਕਹਿੰਦੇ ਆ ਕਿ ਇਲੈਕਸ਼ਨ ਆਫਿਸਰ ਦੇ ਜਿਹੜੀ ਹੈਗਾ ਦਫ਼ਤਰ ਦੇ ਵਿੱਚ ਆਮ ਆਦਮੀ ਪਾਰਟੀ ਨੇ ਇੱਕ ਪੱਕੀ ਟੀਮ ਬਿਠਾ ਰੱਖੀ ਹੈ ਜਿਹੜੀ ਉਹਨਾਂ ਦੇ ਹਰ ਇੱਕ ਕੰਮ ਨੂੰ ਟੋਰਪੀਡੋ ਕਰਦੀ ਰਹੀ। ਤੇ ਔਰ ਉਹ ਗੱਲ ਕਈ ਵਾਰੀ ਕਹਿ ਚੁੱਕੇ ਨੇ ਕਿਸਾਨ ਨੇਤਾ। ਸੋ ਜਦੋਂ ਹੁਣ ਉਹਨਾਂ ਨੂੰ ਇਲੈਕਸ਼ਨ ਸਿੰਬਲ ਨਹੀਂ ਮਿਲਣਾ, ਕਾਫੀ ਜਿਹੜੇ ਕਿਸਾਨ ਨੇ ਉਹ ਟਰੈਕਟਰ ਜਾਂ ਟਰੈਕਟਰ ਟਰਾਲੀ ਦਾ ਸਿੰਬਲ ਮੰਗ ਰਹੇ ਆ। ਉਹਨਾਂ ਨੂੰ ਆਉਣ ਵਾਲੇ ਦਿਨਾਂ 'ਚ ਮਿਲੇਗਾ ਨਹੀਂ ਮਿਲੇਗਾ ਇਹ ਜੁਦਾ ਗੱਲ ਆ। ਪਰ ਫਿਲਹਾਲ ਨਾਲ ਦੀ ਨਾਲ ਇੱਕ ਚੰਗੀ ਗੱਲ ਇਹ ਵੀ ਹੈ ਕਿ ਮੰਨੇ ਹੋਏ ਡਿਪਲੋਮੈਟ ਕਾਫੀ ਆਪਣੇ ਟੀਵੀ ਤੇ ਵੀ ਆਉਂਦੇ ਨੇ, ਕੇਸੀ ਸਿੰਘ, ਔਰ ਉਹਨਾਂ ਦੇ ਵਿਚਾਰ ਕਾਫੀ ਅਹਿਮੀਅਤ ਰੱਖਦੇ ਨੇ। ਉਹਨਾਂ ਨੇ ਇੱਕ ਪਾਰਟੀ ਬਣਾਈ ਹੈ ਸੁਨਹਿਰਾ ਪੰਜਾਬ ਪਾਰਟੀ। ਸੁਨਹਿਰਾ ਪੰਜਾਬ ਪਾਰਟੀ ਨੇ ਫੈਸਲਾ ਕੀਤਾ ਕਿ ਉਹ ਕਿਸਾਨਾਂ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਸਿਲੈਕਟਿਵ ਜਿਹੜੇ ਉਹ ਸਿਲੈਕਟ ਕਰਨਗੇ। ਕੋਈ 15 ਤੋਂ 20 ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਸਿਲੈਕਟ ਕਰਨਗੇ ਔਰ ਉਹਨਾਂ ਦੇ ਵਾਸਤੇ ਪੂਰੇ ਜੋਰ ਸ਼ੋਰ ਦੇ ਨਾਲ ਪ੍ਰਚਾਰ ਕਰਨਗੇ ਜੀ। ਸੋ ਇਹ ਵੀ ਇੱਕ ਜਿਹੜੀ ਹੈਗੀ ਆ ਦਿਲਚਸਪ ਘਟਨਾ ਹੈਗੀ ਆ, ਜਿਹੜੀ ਹੈਗੀ ਆ ਕੜੀਆਂ 'ਚ ਕੜੀ ਜਿਹੜੀ ਹੈਗਾ ਉਹ ਬਣਦੀ ਜਾ ਰਹੀ ਹੈ। ਪਰ ਕਿਸਾਨਾਂ ਵਾਸਤੇ ਜਿਹੜੀ, ਕਿਉਂਕਿ ਇਹ ਸਾਹਮਣੇ ਆ ਗਿਆ ਰਵਾਇਤੀ ਪਾਰਟੀਆਂ ਦੇ ਸਾਹਮਣੇ ਕਿਸਾਨਾਂ ਦੀ ਆਰਗੇਨਾਈਜੇਸ਼ਨ ਜਿਹੜੀ ਸੀਗੀ ਉਹ ਪੋਲੀਟੀਕਲ ਮੈਟਰ ਦੇ ਵਿੱਚ ਜਾਂ ਜਿਹੜੇ ਹੈਗੇ ਚੁਣਾਵੀ ਦੰਗਲ ਦੇ ਵਿੱਚ ਉਹ ਤਿਆਰ ਨਹੀਂ ਸੀ। ਉਹਨਾਂ ਦੇ ਕੋਲੇ ਆਈ ਥਿੰਕ ਜਿਹੜਾ ਲੌਜਿਸਟਿਕਲ ਸਪੋਰਟ ਵੀ ਨਹੀਂ ਉਹਨਾਂ ਨੂੰ ਇੰਨੀ ਮਿਲੀ। ਸੋ ਪਹਿਲਾ ਸਬਕ ਸ਼ਾਇਦ ਕਿਸਾਨਾਂ ਨੇ ਸਿੱਖ ਲਿਆ ਹੋਣਾ ਕਿ ਜਦੋਂ ਸਿਆਸੀ ਪਾਰਟੀਆਂ ਦੇ ਨਾਲ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹਨਾਂ ਦੇ ਨਾਲ ਤੁਸੀਂ ਮੁਕਾਬਲੇ ਤੇ ਉਤਰਦੇ ਹੋ ਉਹ ਫਿਰ ਕਾਫੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ। ਤੇ ਪੰਦੇਰ ਸਾਹਿਬ, ਹੁਣ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ਕਹਿੰਦੇ ਵੀ ਮੇਰੇ ਮੁਤਾਬਕ ਤਾਂ ਨਰਿੰਦਰ ਮੋਦੀ ਅਗਲੇ 7 ਸਾਲਾਂ ਲਈ ਘੱਟੋ ਘੱਟ ਕਹਿੰਦੇ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਰਹਿਣਗੇ। ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਕੱਲ ਆਪਣੀ ਨਾਮਜ਼ਦਗੀ ਪਟਿਆਲੇ ਦੇ ਵਿੱਚ ਜਿਹੜੀ ਅਸੀਂ ਦਾਖਲ ਕੀਤੀ ਹੈ। ਬੜੇ ਜਿਹੜਾ ਸੀਗਾ ਇੱਕ
ਇਵੈਂਟ ਬਣਾਇਆ ਉਹਨਾਂ ਨੇ, ਕਿਉਂਕਿ ਜਿਹੜਾ ਸ਼ਾਹੀ ਪਰਿਵਾਰ ਆ ਉਹਨਾਂ ਨੂੰ ਗੁਰੂ ਸਾਹਿਬਾਂ ਦੀਆਂ ਕਈ ਸ਼ਸਤਰ ਮਿਲੇ ਹੋਏ ਨੇ, ਤਾਂ ਗੁਰੂ ਗੋਬਿੰਦ ਸਿੰਘ ਦੀ ਕਿਰਪਾਨ ਨੂੰ ਉਹਨਾਂ ਨੇ ਮੱਥਾ ਟੇਕ ਕੇ ਉਹਨਾਂ ਤੋਂ ਆਸ਼ੀਰਵਾਦ ਲੈ ਕੇ ਫਿਰ ਜਾ ਕੇ ਆਪਣੇ ਨਾਮਜ਼ਦਗੀ ਕੀਤੀ, ਤੇ ਨਾਮਜ਼ਦਗੀ ਦੇ ਵਿੱਚ ਆਪਣੀ ਬੇਟੀ ਜੈਇੰਦਰ ਕੌਰ ਨੂੰ ਕਵਰਿੰਗ ਕੈਂਡੀਡੇਟ ਲਿਆ ਉਹਨਾਂ ਨੇ। ਸੋ ਉਸ ਤੋਂ ਬਾਅਦ ਉੱਥੇ ਪ੍ਰੈਸ ਵਾਲਿਆਂ ਨਾਲ ਖੁੱਲੀ ਗੱਲਬਾਤ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਲੋਕੀ ਇਹ ਸੋਚਦੇ ਨੇ ਕਿ ਨਰਿੰਦਰ ਮੋਦੀ ਦੀ ਆਖਰੀ ਟੈਨਿਓਰ ਆ ਵੀ ਇਹ ਵੀ ਜਿੱਤਣਗੇ, ਜਿਹੜੀ 2 ਸਾਲ ਬਾਅਦ 2024 ਦੇ ਵਿੱਚ ਹੈ, ਤੇ ਉਸ ਤੋਂ ਬਾਅਦ ਉਦੋਂ ਅਗਲੀ ਵੀ ਜਿੱਤਣਗੇ। ਸੋ ਕਹਿੰਦੇ ਵੀ ਘੱਟੋ ਘੱਟ 7 ਸਾਲ ਤਾਂ ਹੈਗੇ ਆ, ਇਸੇ ਲਈ ਕਹਿੰਦੇ ਮੈਂ ਪੰਜਾਬ ਦਾ ਜਿਹੜਾ ਹੈ ਡਿਵੈਲਪਮੈਂਟ ਵਾਸਤੇ ਹੀ ਮੈਂ ਉਹਦੇ ਨਾਲ ਸਮਝੌਤਾ ਕੀਤਾ, ਬੀਜੇਪੀ ਦੇ ਨਾਲ ਇੱਕ ਅਲਾਇੰਸ ਕੀਤਾ ਤਾਂ ਕਿ ਪੰਜਾਬ ਦਾ ਕੁਝ ਨਾ ਕੁਝ ਫਾਇਦਾ ਹੋ ਜਾਏ। ਔਰ ਅੱਜ ਵਾਸੂ ਜੀ ਦੱਸਣ ਦੀ ਥੋੜੀ ਜਿਹੀ ਸ਼ੇਅਰ ਕਰਨ ਦੀ ਗੱਲ ਹੈ ਕਿ ਅੱਜ ਬਜਟ ਪੇਸ਼ ਹੋਣਾ, ਕੇਂਦਰੀ ਬਜਟ ਜਿਹੜਾ ਪਾਰਲੀਮੈਂਟ 'ਚ ਪੇਸ਼ ਹੋਣਾ, ਉਹਦੇ ਵਿੱਚ ਬਹੁਤ ਸਾਰੀਆਂ ਨਿਗਾਹਾਂ ਪੰਜਾਬ ਦੀਆਂ ਉੱਥੇ ਲੱਗੀਆਂ ਹੋਈਆਂ ਨੇ ਕਿ ਸ਼ਾਇਦ ਕੋਈ ਨਾ ਕੋਈ ਰਾਹਤ ਜਾਂ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਨਾਲ ਵਾਅਦੇ ਕੀਤੇ ਸੀ ਕੇਂਦਰੀ ਸਰਕਾਰ ਨੇ ਜਦੋਂ ਅੰਦੋਲਨ ਖਤਮ ਕਰਨ ਵਾਸਤੇ, ਉਹਨਾਂ ਨੂੰ ਜਿਹੜਾ ਹੈਗਾ ਜੀ ਕਿਸੇ ਪਾਸੇ ਨੇਪੜੇ ਚੜਾਉਣ ਵਾਸਤੇ ਕੋਈ ਨਾ ਕੋਈ ਅਨਾਉਂਸਮੈਂਟ ਆਈ। ਪਰ ਕੈਪਟਨ ਜਿਹੜਾ ਸੀਗਾ ਕਾਫੀ ਦਿਲਚਸਪ ਕਹਾਣੀਆਂ ਹੋਈਆਂ। ਇੱਕ ਤਾਂ ਜੀ ਉਹਨਾਂ ਨੇ ਰਾਹੁਲ ਗਾਂਧੀ ਦਾ ਜਿਹੜਾ ਸੀਗਾ ਉਹਦੇ ਤੇ ਵੀ ਕਾਫੀ ਮਜ਼ਾਕ ਉਡਾਇਆ ਕਿ ਵੀ ਮੈਂ ਇਨਪੁਟਸ ਲੈ ਲਿਆ ਕਿ ਅਗਲਾ ਚੀਫ ਮਿਨਿਸਟਰ ਕੌਣ ਹੋਊਗਾ ਪੰਜਾਬ ਦਾ। ਦੂਸਰਾ ਜਿਹੜਾ ਸੀ ਨਵਜੋਤ ਸਿੱਧੂ ਦਾ ਜਿਹੜਾ ਬਿਆਨ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੈਨੂਪੂਲੇਟ ਕਰਕੇ ਬਿਕਰਮ ਮਜੀਠੀਆ ਨੂੰ ਉਹਨਾਂ ਦੇ ਖਿਲਾਫ ਕੀਤਾ ਔਰ ਇਹ ਕਿਹਾ ਵੀ ਉਹ ਚਾਚਾ ਲੱਗਦੇ। ਸੋ ਉਹਦੇ ਤੇ ਟੋਟਲੀ ਉਹਨਾਂ ਨੇ ਕਿਹਾ ਕਿ ਨਵਜੋਤ ਸਿੱਧੂ ਦੀ ਉੱਥੇ ਜਿਹੜੀ ਬੇੜੀ ਹੈ ਉਹ ਡੋਬ ਚੁੱਕੀ ਹੈ, ਕਿਉਂਕਿ ਉਹ ਯਾਦ ਕਰਾਇਆ ਕਿ ਉਸ ਹਲਕੇ ਦੇ ਵਿੱਚ 41% ਜਿਹੜੀ ਪਾਪੂਲੇਸ਼ਨ ਆ ਉਹ ਹਿੰਦੂ ਭਾਈਚਾਰੇ ਦੀ ਹੈ, ਕੋਈ 38% ਦੇ ਆਸ-ਪਾਸ ਜਿਹੜੀ ਹੈ ਉਹ ਸ਼ਡਿਊਲ ਕਾਸਟ ਪਾਪੂਲੇਸ਼ਨ ਹੈ। ਸੋ ਇਹ ਜਿਹੜੀ ਪਿਛਲੀ ਵਾਲੀ ਦੀਆਂ ਜਿਹੜੀਆਂ ਚੋਣਾਂ ਸੀ ਉਹ ਇਨਡਾਇਰੈਕਟਲੀ ਉਹਨਾਂ ਨੇ ਕਿਹਾ ਕਿ ਮੈਂ ਬੀਜੇਪੀ ਦੀਆਂ ਵੋਟਾਂ ਪਵਾ ਦਿੱਤੀਆਂ ਸੀ। ਬੇਸ਼ੱਕ ਨਵਜੋਤ ਸਿੱਧੂ ਖੁਦ ਬੀਜੇਪੀ ਤੋਂ ਆਏ ਹੋਏ ਆ ਕਾਂਗਰਸ ਦੇ ਵਿੱਚ, ਪਰ ਉਹ ਵੋਟਾਂ ਦੀ ਉਹਨਾਂ ਨੇ ਯਾਦ ਕਰਾਇਆ ਕਿ ਵੀ ਉਹ ਨਵਜੋਤ ਸਿੱਧੂ ਨੂੰ ਨਹੀਂ ਪੈਣੀਆਂ। ਔਰ ਜਿਹੜੇ ਜਗਮੋਹਨ ਉੱਥੇ ਖੜੇ ਕੀਤੇ ਆ ਬੀਜੇਪੀ ਨੇ ਜਿਹੜਾ ਹੈਗਾ ਉਹ ਬੀਜੇਪੀ ਦਾ ਖਾਸਾ ਉੱਥੇ ਜਿਹੜੀ ਹੈਗੀ ਪ੍ਰੈਜ਼ੈਂਸ ਆ ਉਸ ਅੰਮ੍ਰਿਤਸਰ ਈਸਟ ਦੇ ਉੱਤੇ। ਔਰ ਜਗਮੋਹਨ ਇੱਕ ਸਾਊਥ ਇੰਡੀਆ ਤੋਂ ਬਿਊਰੋਕਰੈਟ ਹੈ ਜੋ VRS ਲੈ ਕੇ ਆਏ ਔਰ ਉੱਥੇ ਖੜੇ ਹੋਏ ਆ ਔਰ ਉਹ ਦਲਿਤ ਭਾਈਚਾਰੇ ਤੋਂ। ਸੋ ਦਲਿਤ ਭਾਈਚਾਰੇ ਤੋਂ ਬੀਜੇਪੀ ਦੀ ਸਪੋਰਟ ਔਰ ਉੱਥੇ ਬੀਜੇਪੀ ਦੀ ਜਿਹੜੀ ਪਰਫਾਰਮੈਂਸ ਹੈ ਉਹ ਕਾਫੀ ਅੱਛੀ ਹੋਣ ਦੇ ਜਿਹੜੇ ਅਸਾਰ ਵੀ ਨਜ਼ਰ ਆਉਂਦੇ ਨੇ। ਸੋ ਕਹਿੰਦੇ ਨਵਜੋਤ ਸਿੱਧੂ ਹੁਣ ਆਪਣੀ ਫਰਸਟ੍ਰੇਸ਼ਨ ਮੇਰੇ ਤੇ ਡੋਲ ਰਿਹਾ ਤੇ ਇਹ ਨੇ ਬੁਰੀ ਤਰ੍ਹਾਂ ਹਾਰਨਾ। ਸੋ ਇਹ ਸਾਰੀਆਂ ਗੱਲਾਂ ਕੱਲ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਜਿਹਨੂੰ ਕਹਿੰਦੇ ਆਪਣੇ ਨਾਮਜ਼ਦਗੀਆਂ ਤੋਂ ਬਾਅਦ ਮੀਡੀਆ ਦੇ ਨਾਲ ਗੱਲ ਕਰਦੇ ਹੋਏ ਕੀਤੀ। ਪੰਦੇਰ ਸਾਹਿਬ, ਹੁਣ ਪੰਜਾਬ ਦੇ ਗਵਰਨਰ ਨੇ DGP ਨੂੰ ਆਦੇਸ਼ ਦਿੱਤਾ ਹੈ ਕਿ ਗੈਰ ਕਾਨੂੰਨੀ ਸੈਂਡ ਮਾਈਨਿੰਗ ਦੀ ਜਾਂਚ ਕੀਤੀ ਜਾਵੇ। ਗਵਰਨਰ ਪ੍ਰੋਹਤ ਉਹਨਾਂ ਨੇ ਬਨਵਾਰੀ ਲਾਲ ਪ੍ਰੋਹਤ ਨੇ ਜੀ, ਉਹਨਾਂ ਨੇ ਉਹਨਾਂ ਨੂੰ ਪਿਛਲੇ ਦਿਨੀ ਆਮ ਆਦਮੀ ਪਾਰਟੀ ਦਾ ਇੱਕ ਡੈਲੀਗੇਸ਼ਨ ਰਾਘਵ ਚੱਡਾ ਦੀ ਲੀਡਰਸ਼ਿਪ ਵਿੱਚ ਮਿਲਿਆ ਸੀ। ਉਹਨਾਂ ਨੇ ਡਿਟੇਲਡ ਜਿਹੜੀ ਸੀ ਆਪਣੀ ਕੰਪਲੇਂਟ ਕੀਤੀ ਹੈ ਕਿ ਕਿਸ ਤਰ੍ਹਾਂ ਮੁੱਖ ਮੰਤਰੀ ਚੰਨੀ ਉਹਨਾਂ ਦੇ ਇਲਾਕੇ ਦੇ ਵਿੱਚ ਇਹ ਗੈਰ ਕਾਨੂੰਨੀ ਜਿਹੜਾ ਧੰਦਾ ਉਹ ਕੀਤਾ ਜਾਂਦਾ। ਤੇ ਉਹਨਾਂ ਨੇ ਕਿਹਾ ਕਿ ਉਹ ਸਾਰਾ ਦੱਸਿਆ, ਹਾਈਲਾਈਟ ਕੀਤਾ ਸਾਰੇ ਦਾ ਸਾਰਾ, ਤਾਂ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਔਰ ਪਿਛਲੇ ਦਿਨੀ ED ਦੀਆਂ ਜਿਹੜੀਆਂ ਰੇਡਸ ਹੋਈਆਂ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਗਵਰਨਰ ਸਾਹਿਬ ਨੇ ਜਿਹੜੇ ਪੰਜਾਬ ਦੇ DGP ਆ VK ਭਾਵਰਾ ਉਹਨਾਂ ਨੂੰ ਹਦਾਇਤ ਕੀਤੀ ਹੈ ਕਿ ਇੱਕ ਸੀਨੀਅਰ ਆਫੀਸਰ ਦੀ ਟੀਮ ਬਣਾਈ ਜਾਵੇ ਔਰ ਇਲੀਗਲ ਮਾਈਨਿੰਗ ਦੀ ਪੰਜਾਬ ਵਿੱਚ ਸਾਰੀ ਦੀ ਸਾਰੀ ਇੱਕ ਇਨਵੈਸਟੀਗੇਸ਼ਨ ਕਰਕੇ ਜਲਦੀ ਤੋਂ ਜਲਦੀ ਉਹਨਾਂ ਨੂੰ ਰਿਪੋਰਟ ਸੌਂਪੀ ਜਾਵੇ। ਸੋ ਗਵਰਨਰ ਵੀ ਪ੍ਰੋਐਕਟਿਵ ਨੇ। ਗਵਰਨਰ ਅਸੀਂ ਸਾਰੇ ਜਾਣਦੇ ਹਾਂ ਕਿ ਕੇਂਦਰ ਸਰਕਾਰ ਵੱਲੋਂ ਹੀ ਲਾਏ ਜਾਂਦੇ ਨੇ। ਸੋ ਚਰਨਜੀਤ ਚੰਨੀ ਉਹਨਾਂ ਦੀਆਂ ਜਿਹੜੀਆਂ ਮੁਸੀਬਤਾਂ ਨੇ ਇਸ ਮਾਮਲੇ ਦੇ ਉੱਤੇ ਖੁਦ ਕੈਪਟਨ ਅਮਰਿੰਦਰ ਸਿੰਘ ਕਹਿ ਚੁੱਕੇ ਨੇ ਕਿ ਜੀ ਉਹ ਉੱਥੇ ਉਹਨਾਂ ਨੇ ਹੈਲੀਕਾਪਟਰ ਦੇ ਰਸਤੇ ਦੇਖਿਆ ਸੀ। ਫਿਰ ਰਾਘਵ ਚੱਡਾ ਨੇ ਕਿਹਾ ਕਿ ਇਹਨਾਂ ਦੇ ਗੈਰ ਕਾਨੂੰਨੀ ਜਿਹੜੀ ਸੀ ਮਾਈਨਿੰਗ ਉਹ ਉੱਥੇ ਜਾ ਕੇ ਉਹਨਾਂ ਨੇ ਫੜੀ ਚਮਕੌਰ ਸਾਹਿਬ ਦੇ ਇਲਾਕੇ ਦੇ ਵਿੱਚ। ਫਿਰ ED ਨੇ ਆ ਕੇ ਉਹਨਾਂ ਦੇ ਭਤੀਜੇ ਦੇ ਕੋਲੋਂ ਆ ਕੇ ਜਿਹੜਾ ਭਾਣਜੇ ਕੋਲੋਂ ਆ ਕੇ 10 ਕਰੋੜ ਤੋਂ ਉੱਤੇ ਨਕਦੀ ਫੜੀ ਔਰ ਹੋਰ ਜਿਹੜੇ ਜਾਇਦਾਦ ਦੇ ਕਾਗਜ਼ ਬਰਾਮਦ ਕੀਤੇ ਨੇ। ਸੋ ਚੰਨੀ ਉਹਨਾਂ ਦੇ ਵਾਸਤੇ ਜਿਹੜਾ ਉਹ ਕਾਫੀ ਇੱਕ ਸਾਫ਼ ਸੁਥਰਾ ਚਿਹਰਾ ਛਵੀ ਲੈ ਕੇ ਚੱਲੇ ਸੀ। ਵਿਰੋਧੀ ਪਾਰਟੀਆਂ ਨੇ ਘੇਰਾ ਪਾ ਲਿਆ ਲੱਗਦਾ। ਆਮ ਆਦਮੀ ਪਾਰਟੀ, BJP ਔਰ ਕੈਪਟਨ ਅਮਰਿੰਦਰ ਸਿੰਘ ਨੇ ਕਾਫੀ ਘੇਰਾ ਪਾਇਆ ਸੈਂਡ ਮਾਈਨਿੰਗ ਦੇ ਉੱਤੇ ਔਰ ਖੁਦ ਦੇ ਜਿਹੜੇ ਪਾਰਟੀ ਪ੍ਰਧਾਨ ਨਵਜੋਤ ਸਿੱਧੂ ਉਹਨਾਂ ਵੱਲੋਂ ਸਪੋਰਟ ਨਹੀਂ ਮਿਲ ਰਹੀ। ਜੀ,
ਤੇ ਪੰਦੇਰ ਸਾਹਿਬ, ਮਮਤਾ ਬੈਨਰਜੀ ਨੇ ਵੈਸਟ ਬੰਗਾਲ ਦੇ ਗਵਰਨਰ ਦਾ ਟਵਿੱਟਰ ਕਿਉਂ ਬਲੌਕ ਕਰਤਾ? ਸਾਡੇ ਮਮਤਾ ਬੈਨਰਜੀ ਜਿਹੜੇ ਮੁੱਖ ਮੰਤਰੀ ਨੇ ਪੱਛਮੀ ਬੰਗਾਲ ਦੇ ਫਾਇਰ ਬ੍ਰਾਂਡ ਲੇਡੀ ਮੰਨਿਆ ਜਾਂਦਾ ਤੇ ਔਰ ਕਾਫੀ ਅਗਰੈਸਿਵ ਸਿਆਸਤ ਕਰਦੇ ਆ ਜੀ। ਉੱਥੋਂ ਦੇ ਜਿਹੜੇ ਉਹਨਾਂ ਦੇ ਗਵਰਨਰ ਨੇ, ਉਹਨਾਂ ਦੇ ਨਾਲ ਉਹਨਾਂ ਦੀ ਜਗਦੀਪ ਧਨਖੜ ਹੈਗੇ ਆ, ਉਹਨਾਂ ਦੇ ਨਾਲ ਉਹਨਾਂ ਦਾ 36 ਦਾ ਆંકੜਾ ਸ਼ੁਰੂ ਤੋਂ ਹੀ ਤੇ ਆਖਿਰ ਉਹਨਾਂ ਨੇ ਮਮਤਾ ਬੈਨਰਜੀ ਉਹਨਾਂ ਨੇ ਦੱਸਿਆ ਕਿ ਵੀ ਮੈਂ ਆਪਣੇ ਗਵਰਨਰ ਦਾ ਜਿਹੜਾ ਸੀਗਾ ਟਵਿੱਟਰ ਬਲੌਕ ਕਰ ਦਿੱਤਾ ਕਿਉਂਕਿ ਗਵਰਨਰ ਉਹਨਾਂ ਨੂੰ ਗਾਲਾਂ ਕੱਢ ਅੱਛਾ ਜੀ। ਔਰ ਭੱਦੀ ਸ਼ਬਦਾਵਲੀ ਜਿਹੜੀ ਹੈਗੀ ਆ ਉਹਦਾ ਇਸਤੇਮਾਲ ਕਰਦੇ। ਗਾਲਾਂ ਚਲੋ ਜੀ ਉਸ ਜਿਹਨੂੰ ਆਪਾਂ ਪੰਜਾਬੀ ਚ ਰਹਿੰਦੇ ਆ ਉਸ ਤਰ੍ਹਾਂ ਦਾ ਨਾਂ ਸੀ, ਪਰ ਪਿੱਛੇ ਜੇ ਗਵਰਨਰ ਨੇ ਇੱਕ ਬਿਆਨ ਦਿੱਤਾ ਸੀ ਕਿ ਮਮਤਾ ਬੈਨਰਜੀ ਨੇ ਡੈਮੋਕ੍ਰੇਸੀ ਦਾ ਗੈਸ ਚੈਂਬਰ ਬਣਾਤੀ ਹੈ ਸਰਕਾਰ ਜਿਹੜੀ ਹੈਗੀ ਆ, ਔਰ ਵੀ ਇਹਦੇ ਵਿੱਚ ਲੋਕਾਂ ਦਾ ਹਿਊਮਨ ਰਾਈਟਸ ਦਾ ਘਾਣ ਹੋ ਰਿਹਾ। ਸੋ ਉਸ ਤੋਂ ਬਾਅਦ ਉਹਨਾਂ ਨੇ ਬੰਦ ਕੀਤੀ ਹੈ ਤੇ ਧਨਖੜ ਉਹਨਾਂ ਦਾ ਇਹ ਸੀਗਾ ਜੀ ਕਿ ਕਨਸਟੀਟਿਊਸ਼ਨ ਦੀ ਧਾਰਾ ਆਰਟੀਕਲ 159 ਦੇ ਤਹਿਤ ਜੀ ਜਿਹੜੀ ਹੈਗੀ ਆ ਸਰਕਾਰ ਹੈ ਜਿਹੜੀ ਔਰ ਚੀਫ ਮਿਨਿਸਟਰ ਹੈ ਉਹ ਬਾਉਂਡ ਨੇ ਕਿ ਜੀ ਉਹ ਗਵਰਨਰ ਨੂੰ ਸਾਰੀ ਇਨਫੋਰਮੇਸ਼ਨ ਦੇਣ, ਔਰ ਉਹਨਾਂ ਨੇ ਕਿਹਾ ਕਿ ਜਿਹੜੀ ਮਮਤਾ ਬੈਨਰਜੀ ਸਰਕਾਰ ਹੈ ਉਹ ਉਹਨਾਂ ਨੂੰ ਨਹੀਂ ਇਨਫੋਰਮੇਸ਼ਨ ਦਿੰਦੀ। ਤੇ ਜਿਹੜੀ ਹੈਗੀ ਆ ਮਮਤਾ ਬੈਨਰਜੀ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਇਕੱਲੇ ਚੀਫ ਮਿਨਿਸਟਰ ਨੂੰ ਨਹੀਂ, ਗਵਰਨਰ ਨੇ ਸਟੇਟ ਦੇ ਚੀਫ ਸੈਕਟਰੀ ਔਰ ਡੀਜੀਪੀ ਨੂੰ ਵੀ ਧਮਕੀਆਂ ਦਿੱਤੀਆਂ ਨੇ ਪਾਸ ਦੇ ਵਿੱਚ। ਸੋ ਇਹਨਾਂ ਸਾਰੇ ਦੇ ਉੱਤੇ ਫਿਰ ਐਂਡ ਦੇ ਵਿੱਚ ਗਵਰਨਰ ਨੇ ਫਿਰ ਮਮਤਾ ਬੈਨਰਜੀ ਨੂੰ WhatsApp ਮੈਸੇਜ ਭੇਜਿਆ ਕਿ ਸਾਨੂੰ ਇਸ ਗੱਲ ਨੂੰ ਸੁਲਝਾ ਲੈਣਾ ਚਾਹੀਦਾ, ਵੀ ਬਲੌਕ ਨਹੀਂ ਕਰਨੀਆਂ ਚਾਹੀਦੀਆਂ, ਤੁਹਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਨੀ ਬਣਦੀ ਜੀ। ਸੋ ਇਹ ਦੇਖੋ ਜਿਹੜਾ ਉੱਥੇ ਦਾ ਰੌਲਾ ਇਹ ਇਲੈਕਸ਼ਨ ਤੋਂ ਪਹਿਲਾਂ ਦਾ ਵਾ, ਇਲੈਕਸ਼ਨ ਦੇ ਦੌਰਾਨ ਵੀ ਔਰ ਇਲੈਕਸ਼ਨ ਤੋਂ ਬਾਅਦ ਵੀ ਜਿਹੜੀ ਮਮਤਾ ਬੈਨਰਜੀ ਦਾ ਗਵਰਨਰ ਨਾਲ ਔਰ ਜਾਂ ਮਮਤਾ ਬੈਨਰਜੀ ਦੀ ਕੇਂਦਰ ਸਰਕਾਰ ਦੇ ਨਾਲ ਜਿਹੜੀ ਟਸਲ ਚੱਲ ਰਹੀ ਹੈ ਉਹ ਗਾਹੇ ਬਗਾਹੇ ਉੱਪਰ ਕੇ ਸਾਹਮਣੇ ਆਉਂਦੀ ਹੈ। ਔਰ ਕਈ ਵਾਰੀ ਇਹ ਹੋਰ ਵੀ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਵਾਸਤੇ ਵੀ ਇੱਕ ਇੰਡੀਕੇਟਰ ਹੁੰਦਾ ਕਿ ਤੁਸੀਂ ਜਿਹੜੀ ਆਪੋਜੀਸ਼ਨ ਹੈ ਉਹਨੂੰ ਕਿਸ ਤਰ੍ਹਾਂ ਡੀਲ ਕਰਨਾ। ਪੰਦੇਰ ਸਾਹਿਬ, ਇਹ ਸਾਰੀਆਂ ਖਬਰਾਂ ਸਾਡੇ ਨਾਲ ਸਾਂਝੀਆਂ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਕੱਲ ਫਿਰ ਗੱਲਬਾਤ ਹੋਏਗੀ। ਹਾਂਜੀ, ਸ਼ੁਕਰੀਆ ਜੀ।